ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਗੋੜੀ ਕਬੀਰ ਜੀ। ਅਵਰ ਮੁਏ ਕਿਆ ਸੋਗ ਕਰੀਜੈ, ਤੋ ਕੀਜੈ ਜੋ ਆਪਨ ਜੀਜੈ। ਮੈਂ ਨਾ ਮरूं मरवो संसारा, अब मोहे मिलियो है जियावन हारा। रहाओ इयां देही परमल महकंदा, था सुख बिसरे परमानंदा। कुएटा एक पंच पनिहारी, टूटी लाज परै मत हारी। कहो कबीर एक बुध विचारी, ना ओह कुएटा ना पनिहारी। कहो कबीर एक बुध विचारी, ना ओह कुएटा ना पनिहारी। वाहिगुरू जी का खालसा, वाहिगुरू जी की फतेह। पावन शबद ਗੋੜੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਇਹ ਪਾਵਨ ਪਵਿੱਤਰ ਬਾਣੀ ਹੈ। ਗੋੜੀ ਰਾਗ ਦੇ ਵਿੱਚੋਂ ਭਗਤਾਂ ਦੀ ਬਾਣੀ ਵਿੱਚੋਂ ਇਹ 12ਵਾਂ ਸ਼ਬਦ ਹੈ। ਇਸ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਵਿਚਾਰ ਕਰਨ ਤੋਂ ਪਹਿਲਾਂ ਪ੍ਰੇਮ ਸਹਿਤ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਇਸ ਸ਼ਬਦ ਦਾ ਕੇਂਦਰੀ ਭਾਵ ਹੈ, ਮੈਂ ਨਾ ਮरूं मरवो संसारा, अब मोहे मिलियो है जियावन हारा। रहाओ। भगत कबीर साहब जी आख रहे ने मैं ना मरूं। मरूं ਦਾ अर्थ है कि ਮਰਾਂਗਾ, ਮੁਰਦਾ ਹੋਵਾਂਗਾ। ਕਹਿੰਦੇ ਮੇਰੀ ਆਤਮਾ ਕਦੇ ਹੁਣ ਮਰੇਗੀ ਨਹੀਂ, ਭਾਵ ਕਿ ਮੇਰੀ ਆਤਮਿਕ ਮੌਤ ਨਹੀਂ ਹੋਵੇਗੀ। ਮਰਵੋ ਸੰਸਾਰਾ। ਭਗਤ ਕਬੀਰ ਸਾਹਿਬ ਆਖਣ ਲੱਗੇ ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਦਿਆਂ ਦੇ ਵਿੱਚ ਫਸੇ ਹੋਏ ਹਨ। ਭਾਵ ਕਿ ਸੰਸਾਰ ਦੇ ਵਿੱਚ ਜਿਹੜਾ ਪ੍ਰਭੂ ਨਾਲ ਜੁੜ ਜਾਂਦਾ ਹੈ ਉਹ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ, ਅਤੇ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰ ਦੇ ਧੰਦਿਆਂ ਦੇ ਵਿੱਚ ਫਸ ਜਾਂਦਾ ਹੈ ਉਹਦੀ ਆਤਮਿਕ ਮੌਤ ਹੋ ਜਾਂਦੀ ਹੈ। ਇਸ ਕਰਕੇ ਆਖਣਾ ਪਿਆ ਕਬੀਰ ਸਾਹਿਬ ਨੂੰ ਮੈਂ ਨਾ ਮरूं ਮਰਵੋ ਸੰਸਾਰਾ। ਕਹਿੰਦੇ ਮੇਰੀ ਆਤਮਾ ਕਦੇ ਮਰੇਗੀ ਨਹੀਂ, ਪਾਓ ਮੇਰੀ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਦਿਆਂ ਦੇ ਵਿੱਚ ਫਸੇ ਹੋਏ ਹਨ। ਪਾਓ ਕਿ ਜਿਹੜੇ ਜੀਵ ਸੰਸਾਰ ਦੇ ਵਿੱਚ ਇਸ ਮਾਇਆ ਦੇ ਵਿੱਚ ਇਹਨਾਂ ਵਾਸਨਾਵਾਂ ਦੇ ਵਿੱਚ ਗਲਤਾਨ ਹਨ ਉਹ ਆਤਮਿਕ ਮੌਤ ਮਰੇ ਪਏ ਹਨ। ਕਬੀਰ ਸਾਹਿਬ ਤੁਹਾਡੀ ਮੌਤ ਕਿਉਂ ਨਹੀਂ ਹੋਏਗੀ? ਕਹਿਣ ਲੱਗੇ ਅਬ ਮੋਹੇ ਮਿਲਿਓ ਹੈ ਜਿਆਵਨ ਹਾਰਾ। ਰਹਾਓ। ਆਖਣ ਲੱਗੇ ਹੁਣ ਤਾਂ ਮੈਨੂੰ ਅਸਲ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ, ਇਸ ਕਰਕੇ ਹੁਣ ਮੇਰੀ ਮੌਤ ਨਹੀਂ ਹੋਵੇਗੀ। ਹੁਣ ਮੈਂ ਆਤਮਿਕ ਮੌਤ
ਨਹੀਂ ਮਰਾਂਗਾ, ਕਿਉਂਕਿ ਉਦੋਂ ਤੱਕ ਹੀ ਆਤਮਿਕ ਜੀਵਨ ਹੈ ਜਦੋਂ ਤੱਕ ਉਹ ਪਰਮਾਤਮਾ ਸਾਨੂੰ ਜਿਆਵਨਹਾਰਾ ਸਾਡੇ ਹਿਰਦੇ ਵਿੱਚ ਹੈ, ਉਹਦੀ ਯਾਦ ਹਿਰਦੇ ਵਿੱਚ ਹੈ, ਉਸ ਨੂੰ ਆਖਦੇ ਰਵਾਂਗੇ ਅਤੇ ਆਤਮਿਕ ਜੀਵਨ ਹੋਵੇਗਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਆਖਾਂ ਜੀਵਾਂ ਵਿਸਰੈ ਮਰ ਜਾਉ। ਸਤਿਗੁਰ ਆਖਦੇ ਨੇ, ਮੈਂ ਆਖਦਾ ਹਾਂ ਤਾਂ ਆਤਮਿਕ ਜੀਵਨ ਜਿਉਂਦਾ ਹਾਂ। ਜਦੋਂ ਮੈਨੂੰ ਰੱਬ ਜੀ ਭੁੱਲ ਜਾਂਦੇ ਹਨ ਤਾਂ ਫਿਰ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਪਹਿਲੇ ਬੰਦ ਵਿੱਚ ਕਬੀਰ ਸਾਹਿਬ ਆਖਣ ਲੱਗੇ, ਅਵਰ ਮੂਏ ਕਿਆ ਸੋਗ ਕਰੀਜੈ। ਆਖਣ ਲੱਗੇ, ਹੋਰਨਾਂ 'ਤੇ ਮਰਨ 'ਤੇ ਸੋਗ ਕਰਨ ਦਾ ਕੀ ਲਾਭ ਹੈ। ਭਾਵ ਕਿ ਹੋਰ ਕੋਈ ਮਰ ਜਾਏ, ਸਰੀਰ ਤਿਆਗ ਜਾਏ ਤਾਂ ਉਸਦੇ ਮਰਨ ਤੋਂ ਸੋਗ ਕਰਨ ਦਾ ਕੀ ਲਾਭ ਹੈ। ਤੋ ਕੀਜੈ ਜੋ ਆਪਨ ਜੀਜੈ। ਉਸਦੇ ਵਿਛੋੜੇ ਦਾ ਸੋਗ ਤਾਂ ਹੀ ਕਰੀਏ ਜੋ ਆਪ ਇੱਥੇ ਸਦਾ ਜਿਉਂਦੇ ਰਹਿਣਾ ਹੋਵੇ। ਭਾਵ ਕਿ ਸਰੀਰ ਕਰਕੇ ਤਾਂ ਸਾਰਿਆਂ ਨੇ ਹੀ ਮਰਨਾ ਹੈ, ਸਰੀਰ ਕਰਕੇ ਤਾਂ ਹਰ ਇੱਕ ਪ੍ਰਾਣੀ ਨੇ ਸੰਸਾਰ ਵਿੱਚੋਂ ਜਾਣਾ ਹੈ। ਇੱਥੇ ਕੋਈ ਵੀ ਸੰਸਾਰ 'ਚ ਥਿਰ ਨਹੀਂ ਰਿਹਾ। ਗੁਰਬਾਣੀ ਦੇ ਬੜੇ ਪਵਿੱਤਰ ਵਾਕ ਹਨ। ਸਤਿਗੁਰ ਆਖਦੇ ਹਨ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੈ ਤੀਰ। ਪਿਆਰ ਵਾਲਿਓ, ਇੱਥੇ ਸੰਸਾਰ 'ਚ ਕੋਈ ਵੀ ਨਹੀਂ ਰਿਹਾ। ਹਰ ਇੱਕ ਨੇ ਸਰੀਰ ਕਰਕੇ ਤੇ ਜਾਣਾ ਹੈ। ਔਰ ਕਿਸੇ ਦੇ ਸਰੀਰ ਦੇ ਮਰਨ 'ਤੇ ਸੋਗ ਕਰਨ ਦਾ, ਦੁਖੀ ਹੋਣ ਦਾ ਕਹਿੰਦੇ ਕੀ ਲਾਭ ਹੈ। ਸੋਗ ਤਾਂ ਕਰੀਏ, ਦੁਖੀ ਤਾਂ ਹੋਈਏ ਜੇ ਆਪ ਇੱਥੇ ਜਿਉਂਦੇ ਰਹਿਣਾ ਹੋਵੇ। ਭਾਵ ਕਿ ਸਰੀਰ ਕਰਕੇ ਤਾਂ ਅਸੀਂ ਵੀ ਇੱਕ ਦਿਨ ਸੰਸਾਰ ਤੋਂ ਜਾਣਾ। ਜੇ ਚਿੰਤਾ ਦੀ ਗੱਲ ਹੈ ਨਾ, ਤਾਂ ਉਹ ਚਿੰਤਾ ਕਰੀਏ ਜੋ ਅਨਹੋਣੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ, ਚਿੰਤਾ ਤਾਕੀ ਕੀਜੀਐ, ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇਹ ਸੰਸਾਰ ਦਾ ਮਾਰਗ ਹੈ, ਇੱਥੇ ਕਿਸੇ ਨੇ ਥਿਰ ਨਹੀਂ ਰਹਿਣਾ। ਚਿੰਤਾ ਉਸ ਗੱਲ ਦੀ ਕਰੀਏ ਜਿਹੜੀ ਅਨਹੋਣੀ ਹੈ, ਹੋਣ ਵਾਲੀ ਨਹੀਂ। ਇਹ ਤਾਂ ਜਨਮੰ ਤਾਂ ਮਰਨੰ ਹੈ। ਜਨਮ ਹੋਇਆ, ਉਸ ਦਿਨ ਨਾਲ ਮੌਤ ਵੀ ਲਿਖਾ ਕੇ ਆਏ ਹਾਂ। ਇਸ ਕਰਕੇ ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਅੱਗੇ ਕਬੀਰ ਸਾਹਿਬ ਜੀ ਆਖਣ ਲੱਗੇ, ਇਆਂ ਦੇਹੀ ਪਰਮਲ ਮਹਿਕੰਦਾ। ਕਹਿਣ ਲੱਗੇ, ਅਸੀਂ ਜੀਵਾਂ ਦੀ ਹਾਲਤ ਕੀ ਹੈ। ਜੀਵ ਇਸ ਸਰੀਰ 'ਤੇ ਕਈ ਸੁਗੰਧੀਆਂ ਜਿਹੜੀਆਂ ਨੇ ਉਹ ਮਹਿਕਾਉਂਦੇ ਹਨ। ਆਓ ਕਿ ਜੀਵ ਸੰਸਾਰ ਦੇ ਵਿੱਚ ਆ ਕੇ ਪ੍ਰਾਣੀ ਮਾਤਰ ਇਹਾਂ ਦੇਹੀ, ਇਸ ਸਰੀਰ ਨੂੰ, ਪਰਮਲ ਦਾ ਅਰਥ ਹੁੰਦਾ ਹੈ ਖੁਸ਼ਬੂ, ਮਹਿਕੰਦਾ ਦਾ ਅਰਥ ਹੈ ਖੁਸ਼ਬੂ ਨਾਲ ਮਹਿਕਾਉਂਦਾ ਹੈ। ਭਾਵ ਕਿ ਖੁਸ਼ਬੂ ਲਾਉਂਦਾ ਹੈ, ਸਰੀਰ ਨੂੰ ਆਪਣੇ ਨੂੰ ਮਹਿਕਾਉਂਦਾ ਹੈ। ਔਰ ਇਹਨਾਂ ਸੰਸਾਰ ਦੇ ਰਸਾਂ ਕਸਾਂ ਵਿੱਚ ਹੀ, ਪਿਆਰ ਵਾਲਿਓ ਸੱਚ ਜਾਣਨਾ ਹੈ, ਸੰਸਾਰ ਦੇ ਜਿਹੜੇ ਰਸ ਕਸ ਨੇ ਨਾ, ਇਹਨਾਂ ਦੇ ਵਿੱਚ ਹੀ ਅਸਾਂ ਜੀਵ ਫਸੇ ਹੋਏ ਹਾਂ। ਕਈ ਘੰਟੇ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋਣਾ, ਸਰੀਰ ਦੇ ਨਾਲ ਕਈ ਇਤਰ ਆਦਿ ਦੀਆਂ ਸੁਗੰਧੀਆਂ ਲਾਉਣੀਆਂ, ਆਪਣੇ ਸਰੀਰ ਦਾ ਹੀ ਕੇਵਲ ਖਿਆਲ ਰੱਖਣਾ। ਅਤੇ ਮਹਾਰਾਜ ਕਹਿਣ ਲੱਗੇ, ਤਾਂ ਸੁਖ ਵਿਸਰੇ ਪਰਮਾਨੰਦਾ। ਇਹਨਾਂ ਹੀ ਸੁੱਖਾਂ ਵਿੱਚ ਕਹਿੰਦੇ ਇਸ ਨੂੰ ਪਰਮ ਆਨੰਦ ਸਰੂਪ ਪਰਮਾਤਮਾ ਭੁੱਲ ਜਾਂਦਾ ਹੈ। ਭਾਵ ਕਿ ਸੰਸਾਰ ਦੇ ਸੁੱਖਾਂ ਵਿੱਚ, ਇਹਨਾਂ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਫਸ ਕੇ ਸਾਨੂੰ ਉਹ ਸੁੱਖ ਦੇਣ ਵਾਲਾ ਪਰਮਾਤਮਾ ਜਿਹੜਾ ਆਨੰਦ ਸਰੂਪ ਜਿਹੜਾ ਪਰਮਾਤਮਾ ਹੈ ਉਹ ਭੁੱਲ ਜਾਂਦਾ ਹੈ। ਜਦੋਂ ਅਸੀਂ ਸੰਸਾਰ ਦੇ ਸੁੱਖਾਂ ਦੇ ਵਿੱਚ ਜੁੜ ਜਾਂਦੇ ਹਾਂ, ਸੁੱਖਾਂ ਨੂੰ ਹੀ ਜੀਵਨ ਦਾ ਆਧਾਰ ਬਣਾ ਲੈਂਦੇ ਹਾਂ, ਸੁੱਖਾਂ ਵਿੱਚ ਗਲਤਾਨ ਹੋ ਜਾਂਦੇ ਹਾਂ, ਫਿਰ ਉਹ ਪਰਮ ਆਨੰਦ ਸਰੂਪ ਪਰਮਾਤਮਾ ਭੁੱਲ ਜਾਂਦਾ ਹੈ। ਆਖਣ ਲੱਗੇ, ਕੁਵੈਟਾ ਏਕ ਪੰਚ ਪਨਹਾਰੀ। ਕੁਵੈਟਾ ਦਾ ਅਰਥ ਹੁੰਦਾ ਹੈ ਕੂਪ, ਕੂਪ ਦਾ ਅਰਥ ਹੁੰਦਾ ਖੂਹ। ਭਾਵ ਕਿ ਇਹ ਜਿਹੜਾ ਅੱਖਰ ਬਣਿਆ ਕੁਵੈਟਾ, ਕੁਵੈਟਾ ਦਾ ਅਰਥ ਹੋਇਆ ਭਾਵ ਕਿ ਸਰੀਰ ਰੂਪੀ ਛੋਟੀ ਜਿਹੀ ਖੂਹੀ, ਸਰੀਰ ਦਾ ਮੂੰਹ ਰੂਪ ਖੂਹੀ। ਭਾਵ ਕਿ ਦੇਹ ਅਧਿਆਸ ਕਹਿੰਦੇ ਕੁਵੈਟਾ ਏਕ ਪੰਚ ਪਨਿਹਾਰੀ। ਸਰੀਰ ਮਾਨੋ ਇੱਕ ਨਿੱਕਾ ਜਿਹਾ ਖੂਹ ਹੈ ਅਤੇ ਪੰਜ ਗਿਆਨ ਇੰਦਰੇ ਮਾਨੋ ਪੰਜ ਚਰਖੜੀਆਂ ਹਨ। ਜਿਵੇਂ ਖੂਹ ਦੇ ਵਿੱਚੋਂ ਪਾਣੀ ਭਰਨ ਵਾਸਤੇ ਪੁਰਾਤਨ ਸਮੇਂ ਵਿੱਚ ਹਰਟਾਂ ਵਾਲੇ ਖੂਹ ਹੁੰਦੇ ਸਨ ਅਤੇ ਉਹ ਚਰਖੜੀਆਂ ਜਿਹੜੀਆਂ ਉਹਦੇ ਵਿੱਚ ਚੱਲਦੀਆਂ ਸਨ। ਇਸ ਤਰ੍ਹਾਂ ਹੀ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਇਹ ਖੂਹ ਹੈ, ਅਤੇ ਜਿਹੜੇ ਪੰਜ ਇੰਦਰੇ ਨੇ ਉਹ ਇਸ ਖੂਹ ਦੇ ਵਿੱਚੋਂ ਪੰਜ ਚਰਖੜੀਆਂ ਹਨ। ਭਾਵ ਕਿ ਪਾਣੀ ਭਰਨ ਵਾਲੀਆਂ ਹਨ। ਪੰਜੇ ਇੰਦਰੇ ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿੱਚੋਂ ਸੱਤਾ ਖਿੱਚੀ ਜਾਂਦੇ ਹਨ। ਜਿਵੇਂ ਖੂਹ ਵਿੱਚੋਂ
ਤਰ੍ਹਾਂ ਪਿਆਰ ਵਾਲਾ ਸੱਚ ਜਾਣਨਾ ਕਿ ਇਹ ਜਿਹੜਾ ਸਰੀਰ ਰੂਪੀ ਖੂਹ ਹੈ, ਇਹਦੇ ਵਿੱਚੋਂ ਇਹ ਪੰਜ ਗਿਆਨ ਇੰਦਰੀ ਮਾਨੂ ਇਹਦੇ ਵਿੱਚੋਂ ਸੱਤਿਆ ਖਿੱਚ ਰਹੇ ਹਨ, ਸਰੀਰ ਦੀ ਤਾਕਤ ਖਿੱਚ ਰਹੇ ਹਨ। ਆਖਣ ਲੱਗੇ ਟੂਟੀ ਲਾਜ ਭਰੈ ਮਤ ਹਾਰੀ। ਲਾਜ ਕਹਿੰਦੇ ਲੱਜ ਨੂੰ, ਲੱਜ ਦਾ ਅਰਥ ਹੁੰਦਾ ਰੱਸੀ। ਇਹ ਅੱਖਰ ਜੋ ਰੱਜੂ ਤੋਂ ਬਣਿਆ ਹੋਇਆ, ਇਸ ਕਰਕੇ ਇਹ ਅੱਖਰ ਦੇ ਥੱਲੇ ਲਿਖਿਆ ਹੋਇਆ ਲਾਜ ਦੇ ਜੱਜੇ ਨੂੰ ਔਂਕੜ। ਲਾਜ ਜਿਹੜਾ ਉਹ ਇੱਜ਼ਤ ਵਾਸਤੇ ਵੀ ਆਉਂਦਾ, ਪਰ ਇੱਥੇ ਲਾਜ ਅੱਖਰ ਹੈ ਲੱਜ ਵਾਸਤੇ, ਕਿਉਂਕਿ ਇਹ ਲਫ਼ਜ਼ ਆਮ ਤੌਰ ਤੋਂ ਅੰਤ ਦੇ ਵਿੱਚ ਇੱਥੇ ਔਂਕੜ ਵਰਤਿਆ ਗਿਆ। ਸੰਸਕ੍ਰਿਤ ਦਾ ਕਿਉਂਕਿ ਲਫ਼ਜ਼ ਹੈ ਰੱਜੂ, ਇਸ ਕਰਕੇ ਗੁਰੂ ਸਾਹਿਬ ਨੇ ਲਾਜ ਅੱਖਰ ਨੂੰ ਇੱਥੇ ਜੋ ਔਂਕੜ ਲਾ ਦਿੱਤਾ ਤਾਂ ਕਿ ਇਹ ਨਿਖੇੜਾ ਹੋ ਸਕੇ ਕਿ ਇਹ ਸ਼ਬਦ ਇੱਜ਼ਤ ਵਾਸਤੇ ਨਹੀਂ, ਸਗੋਂ ਇੱਥੇ ਲਾਜ ਦਾ ਅਰਥ ਹੈ ਰੱਸੀ। ਆਖਣ ਲੱਗੇ ਟੂਟੀ ਲਾਜ ਭਰੈ ਮਤ ਹਾਰੀ। ਕਹਿੰਦੇ ਨੇ ਮਰੀ ਹੋਈ ਮਤ ਲੱਜ ਤੋਂ ਬਿਨਾਂ ਪਾਣੀ ਭਰ ਰਹੀ ਹੈ। ਪਾਓ ਵਿਕਾਰਾਂ ਵਿੱਚ ਫਸੀ ਹੋਈ ਮਤ, ਗਿਆਨ ਇੰਦਰੀਆਂ ਦੇ ਰਾਹੀਂ ਵਿਕਾਰਾਂ ਵਿੱਚੋਂ ਸੁੱਖ ਲੈਣ ਦੇ ਜਿਹੜੇ ਵਿਅਰਥ ਯਤਨ ਕਰ ਰਹੀ ਹੈ ਸਾਡੀ ਮਤ। ਪਾਓ ਕਿ ਕਹਿਣ ਦਾ ਮਕਸਦ ਹੈ ਕਬੀਰ ਸਾਹਿਬ ਦਾ ਕਿ ਵਿਕਾਰਾਂ ਵਿੱਚ ਜਿਹੜੀ ਫਸੀ ਹੋਈ ਇਹ ਮਤ ਹੈ, ਗਿਆਨ ਇੰਦਰੀਆਂ ਦੇ ਰਾਹੀਂ ਵਿਕਾਰਾਂ ਵਿੱਚੋਂ ਸਿੱਖ ਲੈਣ ਦਾ ਇਹ ਵਿਅਰਥ ਉਪਰਾਲੇ ਕਰੇ। ਸੋਚਦੇ ਸ਼ਾਇਦ ਇਹਨਾਂ ਸੰਸਾਰ ਦੇ ਵਿਕਾਰਾਂ ਦੇ ਵਿੱਚੋਂ ਜਾਂ ਮਨਮਾਨੀਆਂ ਦੇ ਵਿੱਚੋਂ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ, ਜੋ ਅਸੀਂ ਵਾਸਨਾਵਾਂ ਦੇ ਵਿੱਚ ਗਲਤਾਨ ਹੋਏ ਹਾਂ। ਕਬੀਰ ਸਾਹਿਬ ਅੱਗੇ ਕਿਰਪਾ ਕਰਦੇ ਹਨ, ਆਖਣ ਲੱਗੇ ਕਹੋ ਕਬੀਰ ਇੱਕ ਬੁੱਧ ਵਿਚਾਰੀ। ਹੇ ਕਬੀਰ ਆਖ, ਜਦੋਂ ਵਿਚਾਰ ਵਾਲੀ ਬੁੱਧ ਅੰਦਰ ਜਾਗ ਪਈ, ਪਾਓ ਕਿ ਅੰਦਰ ਵਿਚਾਰ ਪੈਦਾ ਹੋਈ ਤੇ ਗੱਲ ਸਮਝ ਆ ਗਈ, ਨਾ ਉਹ ਕੁਐਟਾ ਨਾ ਪਨਹਾਰੀ, ਤੇ ਤਦੋਂ ਨਾ ਉਹ ਸਰੀਰ ਮੋਹ ਰਿਹਾ, ਨਾ ਹੀ ਕਹਿੰਦੇ ਨੇ ਵਿਕਾਰਾਂ ਵੱਲ ਖਿੱਚਣ ਵਾਲੇ ਉਹ ਇੰਦਰੇ ਰਹੇ। ਪਾਓ ਕਿ ਇਹਨਾਂ ਦੀ ਪਕੜ ਜਿਹੜੀ ਸੀ ਉਹ ਦੂਰ ਹੋ ਗਈ ਜਦੋਂ ਇਸ ਗੱਲ ਨੂੰ ਵਿਚਾਰ ਲਿਆ ਸੰਸਾਰ ਦੇ ਵਿੱਚ ਆ ਕੇ ਕਿ ਇਹਨਾਂ ਵਿਕਾਰਾਂ ਦੇ ਪਿੱਛੇ ਲੱਗ ਕੇ ਆਤਮਿਕ ਮੌਤ ਹੋ ਜਾਂਦੀ ਹੈ ਅਤੇ ਜਿਹੜਾ ਰੱਬ ਨਾਲ ਜੁੜ ਜਾਂਦਾ ਉਹ ਆਤਮਿਕ ਜੀਵਨ ਜਿਉਂਦਾ ਹੈ। ਇਸ ਕਰਕੇ ਇਹ ਗਿਆਨ ਇੰਦਰੀਆਂ ਦੀ ਪਕੜ ਵੀ ਜੀਵਨ 'ਚੋਂ ਖਤਮ ਹੋ ਗਈ ਅਤੇ ਸਰੀਰ ਦਾ ਦੇਹ ਅਧਿਆਸ ਜਿਹੜਾ ਸਰੀਰ ਦਾ ਮੋਹ ਸੀ ਇਹ ਵੀ ਜੀਵਨ ਵਿੱਚੋਂ ਖਤਮ ਹੋ ਗਿਆ। ਕਬੀਰ ਸਾਹਿਬ ਇਹੀ ਸਮਝਾਉਣਾ ਚਾਹੁੰਦੇ ਨੇ, ਜਿਨ੍ਹਾਂ ਸਾਡੇ ਜੀਵਨ ਦੇ ਵਿੱਚ ਇਹ ਸੰਸਾਰ ਦੇ ਜੋ ਧੰਦੇ ਹਨ, ਪਦਾਰਥ ਹਨ, ਇਹਨਾਂ ਦੇ ਵਿੱਚੋਂ ਸਾਡਾ ਮਨ ਉਪਰਾਮ ਹੋ ਜਾਏਗਾ। ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਕੰਮਕਾਰ ਕਰਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਉਸ ਦਿਨ ਸਮਝ ਲਓ ਕਿ ਅਸੀਂ ਆਤਮਿਕ ਜੀਵਨ ਜੀਵਾਂਗੇ। ਪਰ ਜਿਸ ਦਿਨ ਅਸੀਂ ਇਹਨਾਂ ਧੰਦਿਆਂ ਦੇ ਵਿੱਚ, ਇਹਨਾਂ ਵਿਕਾਰਾਂ ਵਿੱਚ ਫਸ ਗਏ, ਉਸ ਦਿਨ ਸਾਡੀ ਆਤਮਿਕ ਮੌਤ ਹੋ ਜਾਵੇਗੀ। ਸੋ ਪਾਵਨ ਸ਼ਬਦ ਦੇ ਰਾਹੀਂ ਇਹੀ ਗੱਲ ਸਮਝਾਈਏ ਵੀ ਸਰੀਰ ਨੇ ਤਾਂ ਮਰਨਾ ਹੀ ਹੈ, ਪਰ ਤੁਸੀਂ ਸੰਸਾਰ ਵਿੱਚ ਰਹਿੰਦੇ ਆ, ਇਹਨਾਂ ਵਿਕਾਰਾਂ ਵਿੱਚ, ਪਦਾਰਥਾਂ ਵਿੱਚ ਗਲਤਾਨ ਨਾ ਹੋ। ਜੇ ਗਲਤਾਨ ਹੋਏ ਤਾਂ ਤੁਹਾਡੀ ਆਤਮਿਕ ਮੌਤ ਹੋ ਜਾਣੀ ਹੈ। ਸੋ ਜੇ ਚਾਹੁੰਦੇ ਕਿ ਅਸੀਂ ਆਤਮਿਕ ਤੌਰ ਤੋਂ ਸਰੀਰ ਜਿੰਦੇ ਰਹੀਏ, ਸਾਡੀ ਆਤਮਾ ਬਲਵਾਨ ਰਹੇ, ਅਸੀਂ ਅੰਦਰੋਂ ਕਦੀ ਵੀ ਨਾ ਮਰੀਏ, ਇਸ ਲਈ ਆਪਾਂ ਕਬੀਰ ਸਾਹਿਬ ਦੇ ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ, ਸ਼ਿੰਗਾਰੀਏ। ਇਤਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ। ਇਹ ਉੱਦਮ ਉਪਰਾਲਾ ਇਸ ਕਰਕੇ ਕੀਤਾ ਜਾਂਦਾ ਹੈ ਕਿ ਇਹ ਜਿਹੜੇ ਸ਼ਬਦ ਵਿਚਾਰ ਹੈ ਆਪ ਸੰਗਤਾਂ ਤੱਕ ਪਹੁੰਚਾਈ ਜਾ ਸਕੇ, ਤਾਂ ਕਿ ਸੰਗਤਾਂ ਵੱਧ ਤੋਂ ਵੱਧ ਲਾ ਲੈਣ ਅਤੇ ਤੁਸੀਂ ਦੂਜਿਆਂ ਨਾਲ ਵੀ ਇਹ ਵਿਚਾਰਾਂ ਸਾਂਝੀਆਂ ਕਰਿਆ ਕਰੋ, ਤਾਂ ਕਿ ਅਸੀਂ ਇਹ ਵਿਚਾਰਾਂ ਇੱਕ ਦੂਜੇ ਨਾਲ ਸਾਂਝੀਆਂ ਕਰਕੇ ਜੋ ਉਪਦੇਸ਼ ਗੁਰਬਾਣੀ ਦਾ ਉਹ ਜੀਵਨ ਦਾ ਆਧਾਰ ਬਣਾ ਲਈਏ। ਇਤਨੀਆਂ ਬੇਨਤੀਆਂ ਪ੍ਰਵਾਨ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।